ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਸਾਂਝੀ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ ਗੁਰ ਕਿਰਪਾ ਦੁਆਰਾ, ਜਿਵੇਂ ਆਪਾਂ ਨੇ ਕੱਲ ਵਿਚਾਰ ਕੀਤੀ ਸੀ ਪਾਤਸ਼ਾਹ ਦੀ, ਕੇਤੇ ਖਪ ਟੁੱਟੈ ਬੇਕਾਰ, ਕੇਤੇ ਲੈ ਲੈ ਬੁੱਕਰ ਪਾਏ। ਕੇਤੇ ਮੂਰਖ ਖਾਹੀ ਖਾਹੇ। ਗੁਰਬਾਣੀ ਦੇ ਅੰਦਰ ਪਾਤਸ਼ਾਹ ਸਾਨੂੰ ਸਮਝਾਉਂਦੇ ਹੈ, ਇਹ ਮੇਰੇ ਮਨਾਂ ਸੋਝੀ ਬਖਸ਼ਦੇ ਹੈ ਕਿ ਕਿੰਨੇ ਹੀ ਹਨ ਜੋ ਖਾਈ ਜਾ ਰਹੇ ਹਨ, ਉਹਨਾਂ ਨੂੰ ਕੋਈ ਅਹਿਸਾਸ ਹੀ ਨਹੀਂ ਕਿ ਅਸੀਂ ਕੌਣ ਹਾਂ, ਕੀ ਕਰਨ ਵਾਸਤੇ ਇਸ ਭਵ ਸਾਗਰ ਦੇ ਅੰਦਰ ਆਏ ਹਾਂ, ਸਾਡਾ ਮਕਸਦ ਕੀ ਹੈ, ਮਨੋਰਥ ਕੀ ਹੈ। ਬਸ ਖਾ ਪੀ ਲਿਆ ਤੇ ਸਮਾਂ ਬਤੀਤ ਹੋ ਰਿਹਾ ਹੈ। ਜਿਵੇਂ ਇੱਕ ਪੰਜਾਬੀ ਵਿੱਚ ਵੀ ਕਹਾਵਤ ਹੈ ਜੀ, ਅਸੀਂ ਤਾਂ ਦਾਣਾ ਪਾਣੀ ਚੁਗਣ ਆਏ। ਫਿਰ ਇਸ ਤਰ੍ਹਾਂ ਤਾਂ ਜੋ ਮਨੁੱਖ ਤੋਂ ਬਿਨਾਂ ਹੋਰ ਜੂਨੀਆਂ ਨੇ ਉਹ ਵੀ ਇਸੇ ਤਰ੍ਹਾਂ ਹੀ ਕਰ ਰਹੀਆਂ ਹਨ। ਗੁਰਬਾਣੀ ਤਾਂ ਆਖਦੀ ਹੈ ਅੰਨ ਪਾਣੀ ਥੋੜਾ ਖਾਇਆ, ਵੀ ਪਿੱਛੇ ਵੀ ਬਥੇਰਾ ਕੁਛ ਇਸ ਤਰ੍ਹਾਂ ਦਾ ਕਰ ਲਿਆ। ਹੁਣ ਅਸੀਂ ਇਕੱਲਾ ਹੀ ਅੰਨ ਪਾਣੀ ਨਹੀਂ ਖਾਣ ਆਏ, ਸਾਡੀ ਸਗੋਂ ਡਬਲ ਜ਼ਿੰਮੇਵਾਰੀ ਹੈ। ਅਸੀਂ ਹੁਣ ਲਾਹਾ ਖੱਟਣ ਵਾਸਤੇ ਵੀ ਆਏ। ਇਹਾਂ ਖਾਤ ਚਲੋ ਹਰ ਲਾਹਾ, ਆਗੇ ਬਸ ਨੂੰ ਸੋਹੇ। ਸਿਰਫ ਇਹ ਮਨੁੱਖ ਨੂੰ ਉਪਦੇਸ਼ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਇਹ ਮਨੁੱਖ ਨੂੰ ਉਪਦੇਸ਼ ਹੈ। ਕਿਤੇ ਨਹੀਂ ਲਿਖਿਆ ਗੁਰਬਾਣੀ ਦੇ ਅੰਦਰ ਵੀ ਤੂੰ ਅੰਨ ਪਾਣੀ ਖਾਣ ਵਾਸਤੇ ਆਇਆ ਹੈ, ਜਾਂ ਸੰਸਾਰ ਦੇ ਅੰਦਰ ਮਾਇਆ ਦੇ ਵੱਡੇ ਵੱਡੇ ਅਡੰਬਰ ਰਚਣ ਵਾਸਤੇ ਆਇਆ ਹੈ। ਜੇ ਇਹ ਮੇਰੇ ਮਨਾਂ ਤੂੰ ਗੁਰਬਾਣੀ ਤੇ ਭਰੋਸਾ ਕਰਦਾ ਤਾਂ, ਤੇ ਜੇ ਗੁਰਬਾਣੀ ਤੇ ਭਰੋਸਾ ਹੀ ਨਹੀਂ, ਫਿਰ ਜਿਹੜਾ ਕੁਛ ਮਰਜ਼ੀ ਕਰੀ ਚੱਲ। ਸੋ ਹੈ ਮੇਰੇ ਮਨਾਂ ਤੇਰੀ ਹਾਲਤ ਆ, ਫਿਰ ਉਹ ਮਨੁੱਖਾਂ ਵਰਗੀ ਨਹੀਂ ਜਿਹੜੇ ਗੁਰਮੁਖ ਨੇ ਲਾਹਾ ਖੱਟਦੇ ਹਨ। ਫਿਰ ਤੇਰੀ ਹਾਲਤ ਉਹਨਾਂ ਪਸ਼ੂਆਂ ਵਰਗੀ ਹੋਈ ਹੈ ਕਿ ਫਿੱਟ ਅਵੇਹਾ ਜੀਵਿਆ, ਖਾਏ ਵਧਾਇਆ ਪੇਟ। ਸੋ ਸਮਾਂ ਬਤੀਤ ਹੋ ਰਿਹਾ ਹੈ, ਫਿਰ ਤੂੰ ਪਸ਼ੂਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਜਾਵੇਂਗਾ। ਜਿਹੜਾ ਹਿਰਦੇ ਦੇ ਅੰਦਰ ਬੈਠਾ ਸਾਹ ਲੈ ਰਿਹਾ ਹੈ, ਉਸ ਦਾ ਤੈਨੂੰ ਕੋਈ ਫਿਕਰ ਹੀ ਨਹੀਂ। ਜੇ ਕਿਸੇ ਨੂੰ ਦੱਸ ਵੀ ਦਈਏ ਬਈ ਆਪਾਂ ਦਾਣਾ ਪਾਣੀ ਚੁਗਣ ਨਹੀਂ ਆਏ, ਆਪਾਂ ਉਸ ਪਰਮੇਸ਼ਰ ਦੇ ਹੁਕਮ ਵਿੱਚ ਚੱਲਣ ਵਾਸਤੇ ਆਏ ਹਾਂ, ਤਾਂ ਅੱਗੋਂ ਲੋਕ ਮਖੌਲ ਕਰਦੇ ਆ। ਚਲੋ ਸਾਹਮਣੇ ਤਾਂ ਛੇਤੀ ਕੀਤਿਆਂ ਨਹੀਂ ਕੋਈ ਕਹਿੰਦਾ, ਪਿੱਠ ਪਿੱਛੋਂ ਲੋਕ ਫਿਰ ਬਦਨਾਮੀ ਕਰਦੇ ਆ ਜੀ, ਇਹ ਪਾਗਲ ਹੈ, ਇਹ ਮੂਰਖ ਹੈ। ਉਸ ਵੇਲੇ ਪਾਤਸ਼ਾਹੀਆਂ ਨੂੰ ਵੀ ਆਖਦੇ ਹੀ ਸਨ। ਸੋ ਇਹ ਚੱਲਦਾ ਰਹਿੰਦਾ ਹੈ। ਉਹਨਾਂ ਨੇ ਆਪਣਾ ਕੰਮ ਕਰਨਾ ਹੈ, ਗੁਰਮੁਖ ਨੇ ਆਪਣਾ ਕਰਨਾ ਹੈ। ਜੇ ਕੋਈ ਅੱਜ ਸੱਚ ਦਾ ਉਪਦੇਸ਼ ਦਿੰਦਾ ਵੀ ਹੈ, ਤਾਂ ਸੱਚ ਦਾ ਉਪਦੇਸ਼ ਸੁਣਨਾ ਵਾ ਮੰਨਣਾ ਵੀ ਬੜਾ ਔਖਾ ਹੈ। ਹਰ ਕੋਈ ਆਪੋ ਆਪਣੇ ਸੰਸਾਰੀ ਕੰਮ ਦੇ ਵਿੱਚ ਮਸਤ ਹੈ, ਲੱਗਿਆ ਹੋਇਆ।
ਪਾਤਸ਼ਾਹ ਜੀ ਕਹਿੰਦੇ ਬਸ ਖਾਣ ਪੀਣ ਹੀ ਜੀਵਨ ਸਮਝਦੇ ਕਿ ਮੈਂ ਇਹਨਾਂ ਮੂਰਖਾਂ ਨੂੰ ਮੂਰਖ ਨਾ ਆਖਾਂ ਤੇ ਕੀ ਹੋਰ ਆਖਾਂ। ਪਾਤਸ਼ਾਹ ਕਹਿੰਦੇ ਕਿ ਇੰਨਾ ਬੇਸ਼ਕੀਮਤ ਸਮਾਂ ਇਹਨਾਂ ਦੇ ਕੋਲੇ ਤਾਂ ਗਵਾਈ ਜਾ ਰਹੇ ਆ। ਹੀਰਾ ਹੱਥ ਵਿੱਚ ਹੋਵੇ, ਥੈਲੀ ਭਰੀ ਹੋਈ ਹੈ, ਉਂਝੀ ਸਿੱਟੀ ਚੱਲੇ, ਉਹਨੂੰ ਪਤਾ ਹੀ ਨਾ ਹੋਵੇ ਹੀਰਿਆਂ ਦੀ ਕੋਈ ਕੀਮਤ ਵੀ ਹੁੰਦੀ ਹੈ। ਬੋਝਾ ਖਾਲੀ ਰਹਿ ਜਵੇ, ਕੋਈ ਆ ਕੇ ਦੱਸੇ ਵੀ ਭਾਈ ਹੀਰੇ ਦੀ ਕੀਮਤ ਇੰਨੀ ਹੁੰਦੀ ਹੈ, ਬੜਾ ਬੇਸ਼ਕੀਮਤ ਹੁੰਦਾ ਹੈ। ਤੇ ਹੁਣ ਜਿਹਦੇ ਕੋਲ ਥੈਲੀ ਭਰੀ ਹੀਰਿਆਂ ਦੀ ਉਵੇਂ ਸੁੱਟੀ ਗਈ, ਫਿਰ ਉਹ ਪਛਤਾਵੇਗਾ ਨਹੀਂ ਤਾਂ ਹੋਰ ਕੀ ਕਰੇਗਾ। ਸੋ ਹੇ ਮੇਰੇ ਮਨਾ, ਤੂੰ ਵੀ ਪਛਤਾਵੇਂਗਾ। ਗੁਰਬਾਣੀ ਤੈਨੂੰ ਸਮਝਾਉਂਦੀ ਹੈ ਕਿ ਤੇਰੇ ਕੋਲ ਆ ਜਿਹੜਾ ਸਮਾਂ ਹੈ ਬੜਾ ਬੇਸ਼ਕੀਮਤ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਇਹ ਵਾਰੀ ਹੈ। ਇਸ ਤੋਂ ਸਿੱਧ ਹੁੰਦਾ ਕਿ ਇਸ ਤੋਂ ਬਿਨਾਂ ਫਿਰ ਕੋਈ ਹੋਰ ਵਾਰੀ ਨਹੀਂ ਹੈ, ਇਹੀ ਲਾਸਟ ਵਾਰੀ ਹੈ। ਇਹਨੂੰ ਹੇ ਮੇਰੇ ਮਨਾ ਤੈਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ 'ਚ ਬਿਠਾਉਣਾ ਪਵੇਗਾ ਇਸ ਗੱਲ ਨੂੰ। ਸੋ ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਨੂੰ ਮੂਰਖ ਨਾ ਆਖੀਏ ਤੇ ਫਿਰ ਹੁਣ ਹੋਰ ਕੀ ਆਖੀਏ, ਵੀ ਇਹ ਤਾਂ ਸਿਰਫ ਖਾਣ ਪੀਣ ਵਿੱਚ ਹੀ ਮਸਤ ਨੇ। ਤੇ ਖੁਦ ਨੂੰ ਕਰਤਾ ਮੰਨ ਕੇ ਮਾਇਆ ਖਤਮ ਕਰਨੀ ਚਾਹੁੰਦੇ ਹਨ। ਇਹ ਕਹਿੰਦੇ ਵੀ ਸਾਰੀ ਮਾਇਆ ਹੀ ਅਸੀਂ ਇਕੱਠੀ ਕਰ ਲਈਏ, ਅਸੀਂ ਸਭ ਤੋਂ ਅਮੀਰ ਹੋ ਜਾਈਏ, ਹੋਰ ਕਿਸੇ ਕੋਲ ਕੁਝ ਰਹੇ ਹੀ ਨਾ। ਕਿ ਸਾਰੀ ਮਾਇਆ ਸਾਡੇ ਕੋਲ ਹੀ ਹੋਵੇ। ਇਸੇ ਦੌੜ ਦੇ ਅੰਦਰ ਸਾਰਾ ਜੀਵਨ ਵਿਅਰਥ ਗਵਾਈ ਜਾ ਰਿਹਾ। ਨਾ ਤਾਂ ਮਾਇਆ ਮਿਲਦੀ ਹੈ, ਨਾ ਆਪਣਾ ਆਪਾ ਜਾਣਿਆ ਜਾਂਦਾ ਹੈ। ਸਗੋਂ ਖੱਪ ਜਾਂਦੇ, ਖੱਪ ਕੇ ਇਸੇ ਭਵ ਸਾਗਰ ਦੇ ਅੰਦਰ ਸਰੀਰ ਰਹਿ ਜਾਂਦਾ, ਜੋਤ ਚਲੇ ਜਾਂਦੀ ਹੈ, ਫਿਰ ਜੋਤ ਨੂੰ ਦੁਬਾਰਾ ਸਰੀਰ ਦੇ ਦਿੰਦੇ। ਪਾਤਸ਼ਾਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ। ਪਤਾ ਨਹੀਂ ਕਿੰਨੇ ਕੁ ਸਰੀਰ ਧਾਰੇ ਨੇ ਨਾਮ ਤੋਂ ਬਿਨਾਂ, ਕਿ ਉਹੀ ਘਰ-ਬਾਰ, ਕੰਮਕਾਰ, ਨੌਕਰੀ ਚਾਕਰੀ, ਬੀਵੀ ਬੱਚੇ, ਦੁੱਖ ਸੁੱਖ, ਇੱਛਾ, ਈਰਖਾ, ਦਵੈਸ਼। ਸੋ ਕਿੱਥੇ ਹੁੰਦਾ ਛੁਟਕਾਰਾ। ਬਸ ਲੱਗਿਆ ਹੋਇਆ ਜੀਵ ਮਸਤ ਰਹਿੰਦਾ, ਕਿਉਂਕਿ ਅਸਲ ਗੱਲ ਕੋਈ ਸਮਝਾਉਂਦਾ ਹੀ ਨਹੀਂ ਕਿ ਖੇਡ ਕੀ ਹੈ। ਤੇ ਜੇ ਸੰਸਾਰੀ ਧਾਰਮਿਕ ਲੋਕਾਂ ਨੂੰ ਵੇਖੋਗੇ, ਉਹ ਇਹ ਆਖ ਦਿੰਦੇ ਹਨ ਕਿ ਭਾਈ ਨਾਮ ਜਪਿਆ ਕਰ, ਸੇਵਾ ਕਰਿਆ ਕਰ, ਦਾਨ ਕਰਿਆ ਕਰ। ਭਗਤੀ ਕਰੋ, ਸੰਗਤ ਕਰੋ। ਸੋ ਸਾਰੀ ਦੁਨੀਆ ਉਸੇ ਤਰ੍ਹਾਂ ਲੱਗੀ ਹੋਈ ਹੈ ਤੇ ਦੁੱਖ ਸੁੱਖ ਵੀ ਉਸੇ ਤਰ੍ਹਾਂ ਹੀ ਚੱਲੀ ਜਾਂਦੇ ਨੇ। ਆਤਮਿਕ ਤੌਰ ਤੇ ਕੋਈ ਤਰੱਕੀ ਨਹੀਂ ਹੋ ਰਹੀ, ਅੰਦਰੋਂ ਭਰਮ ਨਹੀਂ ਜਾ ਰਿਹਾ, ਵਿਕਾਸ ਨਹੀਂ ਹੋ ਰਿਹਾ, ਪ੍ਰਗਾਸ ਨਹੀਂ ਹੋ ਰਿਹਾ। ਹੇ ਮੇਰੇ ਮਨਾਂ ਲੱਗਿਆ ਹੋਇਆ, ਇਸ ਤਰ੍ਹਾਂ ਹੀ ਲੱਗਿਆ ਸਾਰਾ ਜੀਵਨ ਬਤੀਤ ਕਰਕੇ ਚਲੇ ਜਾਵੇਂਗਾ। ਫਿਰ ਸੱਚੇ ਦੇ ਦਰਬਾਰ ਵਿੱਚ ਜਦੋਂ ਪੇਛੀ ਹੋਵੇਗੀ, ਉਹਨਾਂ ਕਹਿਣਾ ਵੀ ਕੀ ਖਾ ਕੇ ਆਏ, ਤਾਂ ਇਹ ਤਾਂ ਉਹੀ ਦੱਸੂਗਾ ਜੋ ਖਾਧਾ ਹੈ। ਜਦੋਂ ਇਹਨੇ ਆਪਣਾ ਖਾਣਾ ਪੀਣਾ ਦੱਸਣਾ ਵੀ ਤਾਂ ਮੈਂ ਤਾਂ ਜੀ ਇਹ ਖਾਧਾ, ਉਹਨਾਂ ਨੇ ਕਹਿਣਾ ਵੀ ਤੂੰ ਮੂਰਖ ਸੀ, ਤੈਨੂੰ ਪਤਾ ਨਹੀਂ ਸੀ ਤੂੰ ਕੀ ਖਾਣ ਗਿਆ। ਇਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਕੀ ਖਾਣਾ ਸੀ, ਇਹੀ ਖਾਣਾ ਸੀ, ਹੋਰ ਕੀ ਖਾਣਾ ਸੀ, ਇਹੀ ਕੁਝ ਦੱਸਿਆ। ਕਹਿੰਦੇ ਗੁਰਬਾਣੀ ਦੇ ਅੰਦਰ ਅਸੀਂ ਤੈਨੂੰ ਲਿਖਿਆ ਨਹੀਂ ਕਿ ਸੱਚ ਖਾਣਾ, ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ।
अमृत नाम ठाकर का पयो जिसका सब उधारो। जे को खावै जे को पहुँचै तिसका होए उधारो। ये नहीं खादा, ਇਹਦਾ ਗਿਆਨ ਜ਼ਰੂਰ ਲਿਆ ਪਰ ਖਾਦਾ ਨਹੀਂ ਹੈ। ਤੇ ਫਿਰ ਹੇ ਮੇਰੇ ਮਨਾ ਸੱਚੇ ਦੇ ਦਰਬਾਰ ਵਿੱਚ ਮੂਰਖਾਂ ਦੀ ਸ਼੍ਰੇਣੀ ਵਿੱਚ ਗਿਣਿਆ ਜਾਵੇਗਾ। ਇਸ ਸੰਸਾਰ 'ਚ ਭਾਵੇਂ ਤੈਨੂੰ ਕੋਈ ਰੱਬ ਮੰਨੀ ਚੱਲੇ, ਪਰ ਮੰਨਦੇ ਵੀ ਨੇ ਇੱਥੇ ਤਾਂ ਵਿਅਕਤੀ ਨੂੰ ਐਡੇ ਐਡੇ ਅਹੁਦੇ ਦੇਤੇ, ਐਡੇ ਐਡੇ ਉਹਦੇ ਨਾਲ ਤਖੱਲਸ ਜੋੜ ਦਿੱਤੇ ਕਿ ਸੱਚਖੰਡ ਵਾਲੀਆਂ ਜਿਹੜੀਆਂ ਜੋਤਾਂ ਨੇ ਉਹ ਹੱਸਦੀਆਂ ਨੇ ਇਹਨਾਂ ਤੇ ਦੇ ਵੀ ਇਹ ਕਰਦੇ ਕੀ ਨੇ। ਇੱਕ ਸੁੱਤੇ ਪਏ ਬੰਦੇ ਨੂੰ ਇਹ ਰਾਜਾ ਮੰਨੀ ਜਾਂਦੇ ਆ, ਇੱਕ ਸੁੱਤੇ ਪਏ ਬੰਦੇ ਨੂੰ ਮਹਾਂਪੁਰਖ ਕਹੀ ਜਾਂਦੇ ਆ, ਇੱਕ ਸੁੱਤੇ ਪਏ ਬੰਦੇ ਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਆ, ਇੱਕ ਮੂਰਖ ਨੂੰ ਪਰਮੇਸ਼ਰ ਦੀ ਤੁਲਨਾ ਦੇਈ ਜਾਂਦੇ। ਪਹਿਲਾਂ ਜਾਗੇ ਤਾਂ ਸਹੀ, ਜਾਗੇ ਤੋਂ ਬਾਅਦ ਹੀ ਸਾਰੀ ਕਿਰਿਆ ਸ਼ੁਰੂ ਹੁੰਦੀ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਹੇ ਗਾਫਲ ਸੋਇਆ। ਜਾਗੇਗਾ ਫੇਰ ਪਤਾ ਲੱਗਣਾ। ਹੁਣ ਜਾਗਿਆ ਤਾਂ ਹੈ ਨਹੀਂ, ਤੂੰ ਸੁੱਤਾ ਪਿਆ ਜਿਹੜਾ ਨਾਮ ਜਪ ਰਿਹਾ। ਹੁਣ ਸੁੱਤਾ ਪਿਆ ਬੰਦਾ ਸੁਪਨੇ ਲੈਂਦਾ ਹੋਵੇ ਕਿਵੇਂ ਰਾਜਾ, ਸਾਰੀ ਪ੍ਰਜਾ ਮੇਰੇ ਹੁਕਮ ਵਿੱਚ ਹੈ, ਜੋ ਮੈਂ ਕਹਿ ਦੇਵਾਂ ਮੰਨਦੀ ਹੈ, ਪਰ ਜੋ ਉਹਦੀ ਸਰੀਰ ਕਰਕੇ ਅੱਖ ਖੁੱਲ੍ਹਦੀ ਹੈ ਤੇ ਕੀ ਉਹ ਰਾਜਾ ਥੋੜ੍ਹੋ ਹੁੰਦਾ। ਇਸੇ ਤਰ੍ਹਾਂ ਹੀ ਆਤਮਿਕ ਤੌਰ ਤੇ ਹੇ ਮੇਰੇ ਮਨਾ ਜਦ ਤੂੰ ਜਾਗੇਗਾ ਫੇਰ ਤੈਨੂੰ ਪਤਾ ਲੱਗਣਾ ਵੀ ਅਸਲੀਅਤ ਕੀ। ਆਹੀ ਮਨੁੱਖਾ ਤਨ ਤੈਨੂੰ ਤਾਂ ਹੀ ਦਿੱਤਾ ਸੀ ਵੀ ਤੂੰ ਇਹਦੇ ਅੰਦਰ ਅੰਦਰ ਜਾਗ ਜਵੇਂ, ਤੇ ਜਾਗਣ ਵਾਸਤੇ ਤੈਨੂੰ ਗੁਰਬਾਣੀ ਦਿੱਤੀ ਹੈ। ਗੁਰਬਾਣੀ ਸਾਨੂੰ ਜਗਾਉਂਦੀ ਹੈ। ਜਾਗੇ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਣਾ ਵੀ ਅਸੀਂ ਕਰਨ ਕੀ ਆਏ, ਉਹ ਬਾਣੀ ਹੈ। ਪਹਿਲਾਂ ਜਾਗਾਂਗੇ ਫੇਰ ਹੀ ਕੁਛ ਕਰਾਂਗੇ ਨਾ। ਗੁਰਬਾਣੀ ਤਾਂ ਸਿਰਫ ਸਾਨੂੰ ਜਗਾ ਰਹੀ ਹੈ ਕਿ ਤੁਸੀਂ ਜਾਗੋ। ਜਿਵੇਂ ਇੱਕ ਬੰਦਾ ਸੁੱਤਾ ਪਿਆ, ਉਹਨੂੰ ਗੁਨਾਲਦਾ ਬੰਦਾ ਉਹਨੂੰ ਜਗਾਉਂਦਾ ਵੀ ਤੂੰ ਉੱਠ, ਸੁੱਤਾ ਪਿਆ, ਟਾਈਮ ਦੇ ਕਿੰਨਾ ਹੋ ਗਿਆ। ਉਹ ਤੇ ਜਦੋਂ ਉੱਠਦਾ, ਉੱਠੇ ਤੋਂ ਬਾਅਦ ਉਹਨੂੰ ਪਤਾ ਲੱਗਦਾ ਮੈਂ ਕਰਨਾ ਕੀ। ਉਹ ਜਿਹੜਾ ਕੁਛ ਉਹਨੇ ਕਰਨਾ ਉਹ ਬਾਣੀ ਹੈ। ਜਾਗੇ ਤੋਂ ਹੀ ਪਤਾ ਲੱਗਦਾ ਹੁਕਮ ਕੀ ਹੈ। ਜਿੰਨਾ ਚਿਰ ਜਾਗੇ ਹੀ ਨਹੀਂ ਹੈਗਾ ਉਨਾ ਚਿਰ ਹੁਕਮ ਦਾ ਕਿੱਥੋਂ ਪਤਾ ਲੱਗੇਗਾ। ਜਾਗੇ ਤੋਂ ਬਾਅਦ ਹੁਕਮ ਦੀ ਸੋਝੀ ਆ ਜਾਂਦੀ ਹੈ, ਹੁਕਮ ਬੁੱਝਿਆ ਜਾਂਦਾ, ਹੁਕਮ ਅਨੁਸਾਰ ਚੱਲਦਾ ਫਿਰੇ। ਸੋ ਅਸਲ ਭਗਤੀ ਗੁਰਬਾਣੀ ਵਿੱਚ ਦਰਜ ਹੈ। ਇਹ ਉਹੋ ਹੀ ਜਾਣਦਾ ਤੇ ਕਰਦਾ ਜਿਹਦੇ ਅੰਦਰ ਖੁਦ ਇੱਛਾ ਹੋਵੇ ਕਿ ਮੈਂ ਭਗਤੀ ਕਰਨੀ ਹੈ। ਬਾਕੀ ਸਭ ਗੱਲਾਂ ਨੇ ਜਿੰਨੀਆਂ ਮਰਜ਼ੀ ਕਰੀ ਜਾਓ ਜਾਂ ਸੁਣੀ ਜਾਓ। ਹੇ ਮੇਰੇ ਮਨਾ ਇਹ ਤਾਂ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਵਾਲਾ ਬਚਨ ਹੈ ਜਿਹੜਾ ਸਾਹਿਬ ਦਾ ਮੰਨਣਾ ਪਊਗਾ। ਜੇ ਬਚਨ ਨਹੀਂ ਮੰਨਿਆ ਫਿਰ ਜੀਵਨ ਕੁਛ ਵੀ ਨਹੀਂ ਹੈ। ਅਸਲੀ ਨਾਮ ਕੀ ਹੈ, ਭਗਤੀ ਕੀ ਹੈ, ਨਾਮ ਕਿਵੇਂ ਜਪਿਆ ਜਾਂਦਾ, ਸਾਰਾ ਕੁਝ ਗੁਰਬਾਣੀ ਦੇ ਅੰਦਰ ਦੱਸਿਆ ਹੈ। ਔਰ ਉਸ ਨਾਮ ਨੂੰ ਜਪਣ ਦੇ ਨਾਲ ਦੀ ਨਾਲ ਹੀ ਕ੍ਰਾਂਤੀ ਆਉਂਦੀ ਹੈ, ਨਾਲ ਦੀ ਨਾਲ ਹੀ ਕਰਾਮਾਤ ਵਰਤਦੀ ਹੈ। ਇੱਕ ਗੱਲ ਗੁਰਬਾਣੀ ਦੇ ਅੰਦਰ ਦਰਜ ਹੈ ਕਿ ਜਦੋਂ ਤੁਸੀਂ ਅਸਲੀ ਨਾਮ ਜਪੋਗੇ ਉਹਦੇ ਨਾਲ ਦੀ ਨਾਲ ਹੀ ਕਰਾਮਾਤ ਸ਼ੁਰੂ ਹੋ ਜਾਣੀ। ਜਿਵੇਂ ਅਸੀਂ ਇੱਕ ਅਸਲੀ ਪਾਣੀ ਪੀਂਦੇ ਹਾਂ, ਇੱਕ ਨਕਲੀ ਪਾਣੀ ਪੀਂਦੇ ਹਾਂ। ਅਸਲੀ ਪਾਣੀ ਦਾ ਗਲਾਸ ਸਾਡੇ ਸਾਹਮਣੇ ਪਿਆ, ਪਿਆਸ ਬਹੁਤ ਲੱਗੀ ਹੋਈ ਹੈ, ਗਲਾ ਸੁੱਕਦਾ, ਤੜਫਦਾ ਸਰੀਰ ਪਿਆਸ ਦੇ ਨਾਲ, ਤੇ ਬੰਦਾ ਮੂੰਹੋਂ ਇਹ ਗੱਲ ਆਖੀ ਚੱਲੇ ਕਿ ਪਾਣੀ ਦਿਓ, ਪਿਆਸ ਬੁੱਝ ਜਾਂਦੀ ਹੈ, ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ, ਪਾਣੀ ਦਿਓ, ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ। ਇਸ ਤਰੀਕੇ ਨਾਲ ਕਹੀ ਜਾ ਰਿਹਾ, ਪਾਣੀ ਦਾ ਗਲਾਸ ਮੂਹਰੇ ਪਿਆ, ਤਾਂ ਤੁਸੀਂ ਸੋਚ ਵਿਚਾਰ ਕੇ ਦੇਖਿਓ ਕਿ ਇਸ ਤਰੀਕੇ ਨਾਲ ਪਿਆਸ ਬੁੱਝ ਜੂਗੀ।
ਇੱਕ ਬੰਦੇ ਨੂੰ ਪਿਆਸ ਲੱਗੀ ਆ, ਤੜਫਦਾ, ਪਾਣੀ ਦਾ ਗਲਾਸ ਮੂਹਰੇ ਪਿਆ, ਉਹ ਇਹ ਨਹੀਂ ਕਹਿੰਦਾ ਕਿ ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ, ਪਾਣੀ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ। ਉਹ ਜਾ ਕੇ ਚੱਕਦਾ ਪਾਣੀ ਦਾ ਗਲਾਸ ਤੇ ਪੀਣ ਲੱਗ ਜਾਂਦਾ। ਇੱਕ ਘੁੱਟ ਪੀਂਦਾ, ਨਾਲ ਦੀ ਨਾਲ ਉਹਦੀ ਪਿਆਸ ਬੁੱਝਦੀ ਜਾਂਦੀ। ਕੁਛ ਅੰਦਰ ਜਾ ਰਿਹਾ। ਹੇ ਮੇਰੇ ਮਨਾ, ਇਸ ਤਰ੍ਹਾਂ ਜੀਵਨ ਜਿਉਣਾ ਸਿੱਖ ਕਿ ਗੁਰਬਾਣੀ ਹਿਰਦੇ ਵਿੱਚ ਜਾਵੇ। ਤੂੰ ਕੀ ਕਰ ਲਿਆ? ਗੁਰਬਾਣੀ ਦਿਮਾਗ ਦੇ ਵਿੱਚ ਯਾਦ ਕਰ ਲਈ। ਯਾਦ ਕਰਨਾ ਦਿਮਾਗੀ ਕਸਰਤ ਹੈ। ਗੁਰਬਾਣੀ ਨੂੰ ਹਿਰਦੇ 'ਚ ਵਸਾਉਣਾ ਸੀ। ਹਿਰਦੇ ਦੇ ਅੰਦਰ ਜਪੀ ਜਾਂਦੀ ਹੈ ਗੁਰਬਾਣੀ, ਕਿਉਂਕਿ ਬਾਣੀ ਹਿਰਦੇ ਦੇ ਅੰਦਰ ਪਈ ਹੈ। ਹਿਰਦਾ ਪੱਟਣਾ ਪੈਂਦਾ, ਹਿਰਦੇ ਦੇ ਅੰਦਰ ਪਿਆ ਉਹ ਹੀਰਾ, ਜਿਹਨੂੰ ਗੁਰਬਾਣੀ ਕਹਿੰਦੀ ਹੈ ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਉਹ ਹਿਰਦੇ ਦੇ ਅੰਦਰ ਉਹਦੀ ਖੋਜ ਕਰਨੀ ਪੈਂਦੀ। ਇਹ ਪੱਕੀ ਗੱਲ ਹੈ ਕਿ ਜਦੋਂ ਤੁਸੀਂ ਗੁਰਬਾਣੀ ਨੂੰ ਹਿਰਦੇ 'ਚ ਲਿਜਾ ਕੇ ਇਹਨੂੰ ਜਪੋਗੇ, ਅਸਲ ਵਿੱਚ ਜਪਿਓ ਹਿਰਦੇ 'ਚ ਜਾਂਦੀ ਹੈ, ਮੂੰਹ ਨਾਲ ਤਾਂ ਪੜ੍ਹੀ ਸੁਣੀ ਜਾਂਦੀ ਹੈ। ਜਿਹਨੂੰ ਅਸੀਂ ਜਪਣਾ ਮੰਨ ਲਿਆ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਇਹ ਅਸੀਂ ਪੜ੍ਹਿਆ। ਚਾਹੇ ਇਹਨੂੰ ਬੋਲ ਕੇ ਪੜ੍ਹ ਲਓ, ਚਾਹੇ ਮੂੰਹ ਨਾਲ ਪੜ੍ਹ ਲਓ, ਚਾਹੇ ਮੂੰਹ ਤੋਂ ਬਿਨਾਂ ਹੀ ਅੰਦਰ ਪੜ੍ਹ ਲਓ, ਤਾਂ ਵੀ ਇਹ ਪੜ੍ਹੇ ਹੀ ਮੰਨਿਆ ਜਾਣਾ। ਇਹ ਜਪਿਆ ਨਹੀਂ ਮੰਨਿਆ ਜਾਂਦਾ। ਜਪਿਆ ਮੰਨਿਆ ਜਾਂਦਾ ਜਦੋਂ ਅਸੀਂ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇ ਅਮਲ ਕਰਦੇ, ਜੋ ਸਾਡਾ ਰੋਜ਼ ਦਾ ਵਿਵਹਾਰ ਬਣ ਜਾਂਦਾ, ਜਿਹਦੇ ਬਿਨਾਂ ਅਸੀਂ ਰਹਿ ਨਹੀਂ ਸਕਦੇ। ਜਿਵੇਂ ਅਸੀਂ ਮਾਇਆ ਨੂੰ ਜਪਦੇ ਹਾਂ, ਅਸੀਂ ਕਹਿੰਦੇ ਵੀ ਜੇ ਮਾਇਆ ਨਾ ਮਿਲੀ ਤਾਂ ਭੁੱਖੇ ਮਰ ਜਾਵਾਂਗੇ, ਜੇ ਰੋਟੀ ਨਾ ਮਿਲੀ ਭੁੱਖੇ ਮਰ ਜਾਵਾਂਗੇ। ਇਹਨੂੰ ਜਪਦੇ ਹਾਂ, ਅਸੀਂ ਰੋਟੀ ਨੂੰ ਜਪਦੇ ਹਾਂ, ਮਾਇਆ ਨੂੰ ਜਪਦੇ ਹਾਂ, ਜੇ ਪੈਸੇ ਨਾ ਹੋਏ ਭੁੱਖੇ ਮਰ ਜਾਵਾਂਗੇ। ਕੱਪੜੇ ਨੂੰ ਜਪਦੇ ਹਾਂ ਵੀ ਜੇ ਕੱਪੜੇ ਨਾ ਪਾਏ ਗਰਮੀ ਲੱਗ ਜੂਗੀ, ਠੰਡ ਲੱਗ ਜੂਗੀ। ਸਰੀਰ ਨੂੰ ਬਚਾਉਣ ਲਈ ਜਪਦੇ ਹਾਂ। ਇਸੇ ਤਰ੍ਹਾਂ ਗੁਰਮੁਖ ਹੈ ਜਿਹੜਾ, ਉਹ ਆਤਮਾ ਨੂੰ ਬਚਾਉਣ ਲਈ ਜਪਦਾ ਹੈ। ਉਹਨੂੰ ਆਤਮਾ ਸਾਰਾ ਕੁਝ ਦਿਸਦੀ ਹੈ, ਸਾਨੂੰ ਸਰੀਰ ਸਾਰਾ ਕੁਝ ਦਿਸਦਾ ਹੈ। ਉਹ ਸਰੀਰ ਨੂੰ ਨਹੀਂ ਬਚਾਉਂਦਾ, ਉਹ ਆਤਮਾ ਨੂੰ ਬਚਾਉਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੇ ਅੰਦਰ ਪਿਆਸ ਹੈ ਨਾਮ ਦੀ, ਉਹਦੇ ਅੰਦਰ ਭੁੱਖ ਹੈ ਨਾਮ ਦੀ। ਉਹ ਆਪਣਾ ਸਾਰਾ ਜੀਵਨ ਉਸ ਤੇ ਬਤੀਤ ਕਰਦਾ। ਅਸੀਂ ਆਪਣਾ ਜੀਵਨ ਬਾਹਰਲੀ ਮਾਇਆ ਤੇ ਬਤੀਤ ਕਰਦੇ ਹਾਂ। ਅਸੀਂ ਗੁਰਬਾਣੀ ਨੂੰ ਵੀ ਉਸੇ ਐਂਗਲ ਤੋਂ ਹੀ ਲੈ ਕੇ ਚੱਲਣ ਲੱਗ ਪਏ। ਹੇ ਮੇਰੇ ਮਨਾ, ਆਪਣੇ ਆਪ ਆਪਣੀ ਪਰਖ ਕਰ, ਨਾਨਕ ਪਰਖੈ ਆਪ ਕੋ ਸੋਈ ਪੁਰਖ ਸੁਜਾਨ। ਕਿ ਜਿੰਨੀ ਤੂੰ ਗੁਰਬਾਣੀ ਪੜ੍ਹਦਾ, ਕੀ ਤੇਰੇ ਤੇ ਅਸਰ ਕਰਦੀ ਵੀ ਹੈ? ਜੇ ਅਸਰ ਹੀ ਨਹੀਂ ਕਰਦੀ ਚੀਜ਼, ਫਿਰ ਕੀ ਫਾਇਦਾ ਹੈ? ਫਿਰ ਕੋਈ ਫਾਇਦਾ ਨਹੀਂ ਹੈ। ਫਿਰ ਸਮਾਂ ਅਜਾਈ ਜਾ ਰਿਹਾ। ਜੇ ਪਾਣੀ ਦੀ ਘੁੱਟ ਪੀ ਕੇ ਵੀ ਪਿਆਸ ਹੀ ਨਹੀਂ ਬੁੱਝਦੀ, ਫਿਰ ਮਤਲਬ ਪਾਣੀ ਨਹੀਂ ਹੈ, ਫਿਰ ਉਹ ਕੋਈ ਚੀਜ਼ ਹੋਰ ਹੈ। ਪੀ ਤੂੰ ਭਾਵੇਂ ਰਿਹਾ ਪਾਣੀ ਹੋਈ, ਕੋਈ ਹੋਰ ਚੀਜ਼ ਆ, ਉਹ ਪਾਣੀ ਨਹੀਂ। ਫਿਰ ਕੀ ਪਤਾ ਤੇਲ ਹੀ ਹੋਵੇ, ਤੂੰ ਮੰਨੀ ਬੈਠਾ ਉਹਨੂੰ। ਇਸੇ ਤਰ੍ਹਾਂ ਤੂੰ ਨਾਮ ਮੰਨੀ ਬੈਠਾ, ਕੀ ਪਤਾ ਨਾਮ ਨਾ ਹੀ ਹੋਵੇ। ਵੇਦ ਪੜ੍ਹੇ ਪੜ ਪੰਡਤ ਮੂਏ, ਲਿਖਿਆ ਪਾਤਸ਼ਾਹ ਨੇ। ਆਉਣ ਵਾਲਾ ਸਮੇਂ ਦੇ ਵਿੱਚ ਜਦੋਂ ਭਗਤ ਕੋਈ ਪ੍ਰਗਟ ਹੋਊਗਾ, ਉਹ ਵੀ ਕਹਿ ਦੂਗਾ ਗੁਰਬਾਣੀ ਪੜ੍ਹੇ ਪੜ ਸਿੱਖ ਮੂਏ। ਭਗਤ ਨੂੰ ਤਾਂ ਕੋਈ ਰੋਕ ਨਹੀਂ ਨਾ ਸਕਦਾ। ਜਦੋਂ ਗੁਰਬਾਣੀ ਅੰਦਰ ਪਾਤਸ਼ਾਹ ਨੇ ਇਹ ਬਚਨ ਲਿਖਿਆ ਹੋਊਗਾ, ਪੰਡਤ ਰੋਕ ਨਹੀਂ ਸਕਿਆ ਕਿ ਵੇਦ ਪੜ੍ਹੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਹੇ ਮੇਰੇ ਮਨਾ, ਕੱਲ ਨੂੰ ਤੇਰੇ ਤੇ ਵੀ ਗੱਲ ਲਾਗੂ ਹੋਣੀ ਹੈ। ਆਪਣਾ ਪਰਾ ਵਿਚਾਰ ਕੇ ਚੱਲੀ। ਪਰਮੇਸ਼ਰ ਨੂੰ ਨਹੀਂ ਤੂੰ ਰੋਕ ਸਕਦਾ, ਭਗਤ ਨੂੰ ਨਹੀਂ ਤੂੰ ਰੋਕ ਸਕਦਾ। ਉਹ ਸੱਚ ਕਹਿਣਗੇ, ਔਰ ਉਹਨਾਂ ਦਾ ਸੱਚ ਕਿਹਾ ਹੋਇਆ ਪ੍ਰਥਾਏ ਹੁੰਦਾ। ਉਹ ਵੀ ਤੇਰੀ ਕੋਈ ਵਿਰੋਧਤਾ ਬਾਰੇ ਨਹੀਂ ਕਹਿਣਗੇ, ਤੇਰੇ ਭਲੇ ਵਾਸਤੇ ਕਹਿਣਗੇ। ਹੇ ਮੇਰੇ ਮਨਾ, ਇਹ ਆਦਤ ਛੱਡ ਦੇ, ਇਹ ਕੀਤੇ ਮੂਰਖ ਖਾਹੀ ਖਾਏ।
ਇਹ ਆਦਤ ਤੇਰੇ ਕੋਲ ਛੱਡਣ ਦਾ ਸਮਾਂ ਹੈ। ਤੂੰ ਮੂਰਖਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨਾ ਹੋ, ਤੂੰ ਗੁਰਮੁਖਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ। ਤੂੰ ਸੱਚ ਖਾ, ਸੱਚ ਪਹਿਰ, ਸੱਚ ਬੋਲ, ਸੱਚ ਨੂੰ ਹਿਰਦੇ ਵਿੱਚ ਟਿਕਾ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਤੇ ਜੇ ਤੂੰ ਸੱਚ ਨਾਲ ਹੀ ਨਾ ਜੁੜਿਆ, ਝੂਠ ਨਾਲ ਹੀ ਜੁੜ ਕੇ ਜੀਵਨ ਬਤੀਤ ਕਰੀ ਗਿਆ, ਫਿਰ ਤੇਰਾ ਜੀਵਨ ਵਿਅਰਥ ਚਲੇ ਜਾਣਾ। ਉਸ ਤੋਂ ਅਗਲਾ ਬਚਨ ਹੈ ਪਾਤਸ਼ਾਹ ਦਾ। ਪਾਤਸ਼ਾਹ ਕਹਿੰਦੇ, ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾ। ਪਾਤਸ਼ਾਹ ਜੀ ਕਹਿੰਦੇ ਬਥੇਰੇ ਹਨ ਜਿਨ੍ਹਾਂ ਨੂੰ ਸਦਾ ਹੀ ਦੁੱਖ ਤੇ ਭੂਖ ਦੀ ਮਾਰ ਪਈ ਰਹਿੰਦੀ ਹੈ। ਇਹ ਵੀ ਤੇਰੀ ਦਾਤ ਹੀ ਹੈ, ਪਰ ਇਹ ਗੁਰਮੁਖ ਮੰਨਦੇ ਆ ਉਹਨਾਂ ਨੂੰ, ਕਿਉਂਕਿ ਨੁਕਸ਼ ਵੀ ਬਹੁਤ ਵੱਡਾ ਹੈ। ਜਿੱਡੀ ਵੱਡੀ ਬਿਮਾਰੀ ਹੈ ਉਨੀ ਉਹ ਦਵਾਈ ਵੀ ਖਾਣੀ ਪਊਗੀ। ਸੋ ਜਿੱਡਾ ਵੱਡਾ ਨੁਕਸ਼ ਹੈ ਉਹਨੂੰ ਦੂਰ ਵੀ ਤਾਂ ਕਰਨਾ ਹੀ ਪਊਗਾ। ਹੇ ਸੱਚੇ ਪਾਤਸ਼ਾਹ, ਤੂੰ ਕੋਈ ਪੱਖਪਾਤ ਨਹੀਂ ਕਰਦਾ, ਤੂੰ ਸਦਾ ਨਿਰਵੈਰ ਹੈ। ਤੇਰੇ ਤਾਂ ਘਰ ਵਿੱਚ ਸਭ ਕੁਝ ਹੈ, ਪਰ ਨਹੀਂ ਤੂੰ ਜੀਵਾਂ ਦੇ ਭਲੇ ਦੀ ਖਾਤਰ ਹੀ ਦਾਤ ਵੀ ਦਿੱਤੀ ਹੈ। ਦੁੱਖ ਭੂਖ, ਦੇਖੋ ਇੱਥੇ ਦਾਤ ਲਿਖਿਆ, ਕੀਤਿਆਂ ਦੁੱਖ ਭੂਖ ਸਦ ਮਾਰ। ਜੇ ਹੁਣ ਇੱਥੇ ਕਿਸੇ ਕੋਲ ਦੁੱਖ ਹੈ, ਉਹ ਇਹ ਤਾਂ ਨਹੀਂ ਕਹਿੰਦਾ ਮੈਨੂੰ ਦਾਤ ਦਿੱਤੀ ਹੈ। ਅਸਲ ਵਿੱਚ ਦੁੱਖ ਦਾਰੂ ਹੈ, ਸੁੱਖ ਰੋਗ ਹੈ। ਪਰ ਹੇ ਮੇਰੇ ਮਨਾ, ਤੂੰ ਤਾਂ ਸੁੱਖ ਦੀ ਜਾਚਕ ਹੈ, ਤੂੰ ਤਾਂ ਸੁੱਖ ਦੀ ਉਹ ਜਾਚਨਾ ਕਰੀ ਜਾਂਦਾ। ਜਾਚਨਾ ਕਰਨੀ ਸੀ ਦੁੱਖ ਦੀ, ਹੁਣ ਦੁੱਖ ਕੀ ਹੈ? ਇੱਕ ਦੁੱਖ ਕਾਟੋ ਰਾਜਾ ਰਾਮ ਰਾਏ ਮੇਰਾ, ਮੋਰਾ ਅਗਰ ਨਾ ਦਹੇ ਨਹਿ ਗਰਭ ਬਸੇਰਾ। ਆਹ ਦੁੱਖ ਹੈ। ਇਹਨੂੰ ਵੀ ਦਾਤ ਮੰਨਿਆ ਵੀ ਜੇ ਮੈਂ ਉੱਥੋਂ ਸੱਚਖੰਡ ਚੋਂ ਬਾਹਰ ਆਇਆ, ਚਲੋ ਮੇਰੀ ਗਲਤੀ ਓ ਸਹੀ, ਪਰ ਮੇਰੇ ਕੋਲ ਗਲਤੀ ਸੁਧਾਰਨ ਦਾ ਮੌਕਾ ਤਾਂ ਹੈ। ਮੈਨੂੰ ਪਤਾ ਤਾਂ ਲੱਗ ਗਿਆ ਵੀ ਆ ਮੇਰੀ ਗਲਤੀ ਹੈ। ਬਥੇਰੇ ਨੇ ਜਿਨ੍ਹਾਂ ਨੂੰ ਗਲਤੀ ਦਾ ਹੀ ਨਹੀਂ ਪਤਾ ਲੱਗਦਾ, ਉਹ ਸਾਰੀ ਜ਼ਿੰਦਗੀ ਐਂ ਹੀ ਕੱਢ ਜਾਂਦੇ। ਗਲਤੀ ਦਾ ਪਤਾ ਲੱਗ ਜਾਣਾ ਵੀ ਬਹੁਤ ਵੱਡੀ ਕਿਰਪਾ ਹੈ। ਔਗਣ ਦਾ ਵੀ ਪਤਾ ਲੱਗ ਜਾਣਾ ਬੜੀ ਵੱਡੀ ਕਿਰਪਾ ਹੈ, ਕਿ ਮੇਰੇ 'ਚ ਇਹ ਔਗਣ ਹੈ, ਮੈਨੂੰ ਦੂਰ ਕਰਾਂ, ਮੇਰੀ ਇਹ ਗਲਤੀ ਹੈ, ਮੈਨੂੰ ਸੁਧਾਰ ਕੇ ਜਾਵਾਂ। ਕਿ ਜਿਹੜਾ ਮੈਨੂੰ ਦੁੱਖ ਮਿਲਿਆ, ਸਰੀਰ ਮਿਲਿਆ, ਇਹਦੇ ਅੰਦਰ ਭੁੱਖ ਲੱਗੀ ਹੋਈ ਹੈ ਕਿ ਬਾਰ-ਬਾਰ ਸਰੀਰ ਮਿਲਦੇ ਆ, ਮੈਂ ਇਹਨੂੰ ਬਦਲ ਕੇ ਜਾਵਾਂ। ਮੈਂ ਭੁੱਖ ਸੱਚੇ ਨਾਮ ਦੀ ਪੈਦਾ ਕਰਾਂ, ਸਰੀਰ ਦਾ ਮੇਰਾ ਆਵਣਾ ਜਾਵਣਾ ਖਤਮ ਹੋ ਜਾਵੇ। ਉਹਨਾਂ ਲਈ ਤਾਂ ਹੈ ਅਸਲ ਵਿੱਚ ਦੁੱਖ ਦਾਰੂ, ਉਹਨਾਂ ਲਈ ਤਾਂ ਹੈਗੀ ਦਾਤ, ਦੂਜਿਆਂ ਲਈ ਨਹੀਂ। ਸੋ ਜੇ ਸਾਨੂੰ ਸਦਾ ਹੀ ਇਹ ਮਾਰ ਚੇਤੇ ਰਹੇ ਤਾਂ ਅਸੀਂ ਆਪਣਾ ਇਲਾਜ ਕਰ ਸਕਦੇ ਹਾਂ ਤੇ ਠੀਕ ਹੋ ਕੇ ਆਪਣੇ ਨਿੱਜ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਸੋ ਅਸੀਂ ਕੀ ਕਰਨ ਲੱਗ ਗਏ, ਉਹ ਦੇਖ ਲਵੋ। ਸਾਰੇ ਆਪੋ ਆਪਣੇ ਅੰਦਰ ਝਾਤੀ ਮਾਰ ਕੇ ਅਸੀਂ ਸੰਸਾਰੀ ਸਰੀਰਕ ਸੁੱਖਾਂ ਦੀ ਪ੍ਰਾਪਤੀ ਲਈ ਐਸਾ ਕੁਝ ਕਰਨ ਲੱਗ ਗਏ। ਸੁੱਖ ਤਾਂ ਉਹੀ ਮਿਲਿਆ ਜੋ ਮਾਲਕ ਨੂੰ ਭਾਉਂਦਾ ਸੀ, ਪਰ ਸਾਡੇ ਅੰਦਰ ਕੂੜ ਦੀ ਪਾਲ ਜ਼ਰੂਰ ਪੱਕੀ ਹੋ ਗਈ। ਸੁੱਖ ਤਾਂ ਸਾਨੂੰ ਉਹੀ ਮਿਲਣਾ ਜੋ ਉਹ ਚਾਹੁੰਦਾ ਹੈ। ਸਰੀਰ ਕਰਕੇ ਸਾਨੂੰ ਮਾਇਆ ਉਨੀ ਹੀ ਮਿਲਣੀ ਹੈ, ਉਨਾ ਹੀ ਮਾਇਆ ਕਰਕੇ ਸੁੱਖ ਮਿਲਣਾ ਜਿੰਨਾ ਕੋ ਚਾਹੁੰਦੇ ਆ। ਉਹਨਾਂ ਦੇ ਚਾਹੇ ਤੋਂ ਬਿਨਾਂ ਸਾਡੇ ਸਰੀਰ ਨੂੰ ਵੱਧ ਮਾਇਆ ਨਹੀਂ ਮਿਲ ਸਕਦੀ। ਜੇ ਅੱਜ ਕਿਸੇ ਬੰਦੇ ਦੇ ਕੋਲ ਅਰਬਾਂ ਖਰਬਾਂ ਰੁਪਈਆ, ਉਹਨੂੰ ਸੁੱਖ ਉਨਾ ਹੀ ਮਿਲਣਾ ਜਿੰਨਾ ਉਹ ਚਾਹੁੰਦੇ। ਖਰਬਾਂ ਰੁਪਈਏ ਦੇ ਨਾਲ ਸੁੱਖ ਕੋਈ ਬਹੁਤਾ ਨਹੀਂ ਹੋਣ ਲੱਗੇ। ਇੱਕ ਬੰਦੇ ਕੋਲ 10 ਰੁਪਈਏ ਨੇ, ਉਹਨੂੰ ਵੀ ਉਨਾ ਹੀ ਸੁੱਖ ਮਿਲਣਾ। ਇਹ ਨਹੀਂ ਕਿ ਉਹ 10 ਰੁਪਈਆਂ ਨਾਲ ਸਾਰੇ ਸੰਸਾਰ ਦਾ ਸੁੱਖ ਖਰੀਦ ਲਵੇ। ਇਹ ਨਹੀਂ ਕਿ ਉਹ ਅਰਬਾਂ ਖਰਬਾਂ ਰੁਪਈਆ ਇਕੱਠਾ ਕਰਕੇ ਸਾਰੇ ਸੰਸਾਰ ਦਾ ਸੁੱਖ ਖਰੀਦ ਲਵੇ, ਨਹੀਂ ਖਰੀਦ ਸਕਦਾ। ਪੈਸੇ ਕਰਕੇ ਸੰਸਾਰ 'ਚ ਸੋਭਾ ਹੋ ਜਾਂਦੀ ਹੈ, ਪਰ ਦੁੱਖ ਸੁੱਖ ਪਰਮੇਸ਼ਰ ਦੇ ਵੱਸ ਹੈ। ਨਹੀਂ ਤਾਂ ਫਿਰ ਜਿਹੜੇ ਅਰਬਾਂ ਖਰਬਾਂ ਨੇ, ਉਹਨਾਂ ਨੂੰ ਕੋਈ ਦੁੱਖ ਹੀ ਨਾ ਆਵੇ ਸੰਸਾਰ 'ਚ। ਬੜਾ ਕੁਛ ਸਮਝਣ ਵਾਲਾ, ਬੜਾ ਕੁਛ ਵਿਚਾਰਨ ਵਾਲਾ, ਪਰ ਵਿਚਾਰਿਆ ਤਾਂ ਜਾਵੇ ਜੇ ਇਸ ਦੌੜ ਦੇ ਵਿੱਚੋਂ ਮਾੜਾ ਮੋਟਾ ਕਿਤੇ ਸਾਈਡ ਤੇ ਨਿਕਲ ਕੇ ਬੈਠੇ। ਪਰ ਦੌੜ 'ਚੋਂ ਤਾਂ ਥੱਕਦਾ ਹੀ ਨਹੀਂ।
ਕੀਤੇ ਖਪੈ ਟੁੱਟੇ ਬੇਕਾਰ ਹੈ। ਇੰਨਾ ਖਪਦਾ ਹੰਬਿਆ ਪਿਆ, ਤੁਰ ਹੁੰਦਾ ਨਹੀਂ, ਫਿਰ ਵੀ ਨਹੀਂ ਬੈਠ ਕੇ ਰਾਜੀ। ਕਹਿੰਦਾ ਨਹੀਂ, ਪਿੱਛੇ ਰਹਿ ਜੂਗਾ। ਸੋ ਕੂੜ ਦੀ ਜਿਹੜੀ ਪਾਲ ਹੈ, ਆਪਣੀ ਜਿਹੜੀ ਮਨੌਤ ਹੈ, ਆ ਸਰੀਰ ਦੇ ਨਾਲ ਆਤਮਾ ਇੰਨੀ ਜ਼ਿਆਦਾ ਜੁੜਦੀ ਜਾ ਰਹੀ ਹੈ। ਅਸੀਂ ਇਹਨਾਂ ਸਰੀਰਕ ਦੁੱਖ ਸੁੱਖਾਂ ਵਿੱਚੋਂ ਹੀ ਭਾਣਾ ਸਮਝਣਾ, ਨਾ ਕਿ ਭਾਣਾ ਰੋਕਣ ਲਈ ਕੋਈ ਯਤਨ ਕਰਨਾ। ਸਾਡੇ ਯਤਨਾਂ ਨਾਲ ਭਾਣਾ ਨਹੀਂ ਬਦਲਣਾ, ਸਗੋਂ ਅਸੀਂ ਦੋਸ਼ੀਆਂ ਦੇ ਵਿਚਾਰਾਂ ਵੱਲ ਜ਼ਰੂਰ ਹੋ ਜਾਵਾਂਗੇ। ਜਦੋਂ ਗੁਰਬਾਣੀ ਇਹ ਕਹਿੰਦੀ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ, ਕਿ ਹੇ ਮੇਰੇ ਮਨਾ ਕੀ ਦੁੱਖ ਸੁੱਖ ਹੁਕਮ 'ਚ ਨਹੀਂ ਹੈ। ਜਦੋਂ ਸਾਰਾ ਕੁਝ ਹੀ ਹੁਕਮ 'ਚ ਹੈ, ਫਿਰ ਕੀ ਇਹ ਹੁਕਮ ਤੋਂ ਬਾਹਰ ਥੋੜੋ ਹੈ। ਇਹੀ ਚੀਜ਼ ਅਸੀਂ ਇਹ 'ਚੋਂ ਸਮਝਣੀ ਸੀ। ਜਦੋਂ ਅਸੀਂ ਇਹਨੂੰ ਸਮਝਣ ਲੱਗ ਜਾਂਦੇ, ਵਿਚਾਰਨ ਲੱਗ ਜਾਂਦੇ, ਸਾਨੂੰ ਪਤਾ ਲੱਗ ਜਾਂਦਾ ਵੀ ਅਸਲੀ ਗੱਲ ਆਹ ਹੈ। ਸੋ ਅਸੀਂ ਆਪਣਾ ਕੰਮ ਛੱਡ ਦਿੱਤਾ, ਮਾਲਕ ਵਾਲਾ ਫੜ ਲਿਆ। ਸਰੀਰਕ ਰਿਜ਼ਕ ਦੇਣਾ ਨਾ ਦੇਣਾ ਉਹਦੀ ਆਪਣੀ ਮਰਜ਼ੀ ਹੈ, ਦੇਵੇਗਾ ਤਾਂ ਵੀ, ਨਹੀਂ ਦੇਵੇਗਾ ਤਾਂ ਵੀ। ਸਾਡਾ ਕੋਈ ਕਸੂਰ ਨਹੀਂ ਹੋਵੇਗਾ, ਉਹ ਜਾਣੇ ਉਹਨੇ ਕੀ ਕਰਨਾ ਹੈ। ਅਸੀਂ ਕੀ ਕਰਨਾ ਹੈ, ਅਸੀਂ ਉਹ ਜਾਣੀਏ। ਅਸੀਂ ਕੀ ਕਰਨਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਅਸੀਂ ਆਹ ਕਰਨਾ, ਅਸੀਂ ਹੁਕਮ ਨੂੰ ਬੁੱਝਣਾ। ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ, ਹਉ ਤੇ ਮੈਂ ਦੋਨੋਂ ਹੀ ਖਤਮ ਨੇ। ਹਉਮੈ, ਹਉ ਮੈਂ, ਹਉ ਮੈਂ ਵਿੱਚੋਂ ਖੋਵੈ, ਇਹ ਦੋਨੇ ਚੀਜ਼ਾਂ ਸਾਡੇ ਅੰਦਰੋਂ ਖਤਮ ਹੋ ਜਾਣੀਆਂ ਨੇ। ਆਤਮਾ ਪ੍ਰਾਤਮਾ ਇੱਕ ਹੋ ਕੇ ਖਤਮ ਹੋ ਜਾਂਦੀਆਂ ਨੇ। ਜਿਵੇਂ ਇੱਕ ਬੀਜ ਧਰਤੀ ਵਿੱਚ ਚਲਾ ਗਿਆ, ਜਦੋਂ ਉਹਦੇ ਵਿੱਚੋਂ ਪੇੜ ਉੱਗਦਾ, ਉਹ ਬੀਜ ਖਤਮ ਹੋ ਜਾਂਦਾ, ਫਿਰ ਇੱਕ ਦਰਖਤ ਬਣਦਾ। ਇਸੇ ਤਰ੍ਹਾਂ ਹੀ ਸਾਡੇ ਆਤਮਾ ਤੇ ਪ੍ਰਾਤਮਾ ਦੇ ਅੰਦਰੋਂ ਇੱਕ ਚੀਜ਼ ਨਵੀਂ ਪੈਦਾ ਹੁੰਦੀ ਹੈ, ਉਹ ਹੈ ਪਰਮਾਤਮ। ਉਹ ਹੈ ਸਾਡਾ ਨਿੱਜ ਸਰੂਪ, ਉਹ ਹੈ ਸਾਡਾ ਮੂਲ, ਅਸਲੀ ਮੂਲ। ਉਹਨੂੰ ਫੁੱਲ ਫਲ ਸਭ ਕੁਝ ਉਹਨੂੰ ਲੱਗਦਾ ਹੈ। ਉਹ ਸਾਡਾ ਮੇਨ ਇੱਥੇ ਆਉਣ ਦਾ ਮਕਸਦ ਹੈ, ਮਨੋਰਥ ਹੈ। ਅਸੀਂ ਹੁਕਮ ਬੁੱਝਣਾ, ਮਨੁੱਖ ਦੀ ਇਹੀ ਡਿਊਟੀ ਹੈ, ਦਰਗਾਹ ਤੋਂ ਲੱਗੀ ਹੋਈ। ਇਸ ਨੂੰ ਕਰੇ, ਇਹ ਤਾਂ ਹੁਣ ਕਰਦਾ ਹੀ ਨਹੀਂ। ਆਪਣੇ ਵਾਲੀ ਡਿਊਟੀ ਨਹੀਂ ਕਰਦਾ, ਪਰਮੇਸ਼ਰ ਵਾਲੀ ਡਿਊਟੀ ਕਰੀ ਬੈਠਾ ਕਿ ਜੇ ਮੈਂ ਨਾ ਕਮਾਇਆ ਭੁੱਖਾ ਮਰ ਜੂਗਾ, ਮੇਰੇ ਜਵਾਕ ਭੁੱਖੇ ਮਰ ਜਾਣਗੇ, ਪਰਿਵਾਰ ਭੁੱਖਾ ਮਰ ਜੂਗਾ, ਆਹ ਹੋ ਜੂਗਾ, ਆਹ ਹੋ ਜੂਗਾ। ਇਹ ਲੱਗਿਆ ਹੋਇਆ। ਨਾਲੇ ਗੁਰਬਾਣੀ ਵੀ ਪੜ੍ਹੀ ਜਾਂਦਾ ਵੀ ਪਰਮੇਸ਼ਰ ਸਭ ਨੂੰ ਦੇ ਰਿਹਾ, ਪਰ ਮੰਨ ਵੀ ਨਹੀਂ ਰਿਹਾ। ਤੇ ਪਰਮੇਸ਼ਰ ਵਾਲੀ ਡਿਊਟੀ ਵਿੱਚ ਦਖਲ ਅੰਦਾਜ਼ੀ ਹੈ। ਫਿਰ ਆਪਣਾ ਕੰਮ ਪੂਰਾ ਨਹੀਂ ਕਰਦਾ, ਸਰੀਰ ਦਾ ਟਾਈਮ ਪੂਰਾ ਹੋ ਜਾਂਦਾ। ਜਦੋਂ ਅਗਾਂਹ ਜਾਂਦਾ, ਉਹ ਪੁੱਛਦਾ ਵੀ ਤੂੰ ਜਿਹੜਾ ਕੰਮ ਕਰਨ ਵਾਸਤੇ ਗਿਆ ਸੀ ਤੂੰ ਕੀਤਾ ਨਹੀਂ। ਫਿਰ ਜਿਹੜਾ ਕੁਛ ਇਹਨੇ ਕੀਤਾ ਹੁੰਦਾ ਉਹ ਸਾਹਮਣੇ ਰੱਖ ਦਿੰਦਾ। ਉਹ ਕਹਿੰਦੇ ਵੀ ਇਹਦਾ ਸਾਡੇ ਵਾਲਾ ਹੈ, ਤੂੰ ਆਪਣਾ ਦੱਸ ਕੀ ਕਰਕੇ ਆਇਆ। ਇਹ ਕਹਿੰਦਾ ਜੀ ਫਿਰ ਮੈਨੂੰ ਉਹਦਾ ਤਾਂ ਪਤਾ ਨਹੀਂ। ਕਹਿੰਦੇ ਜੀ ਫਿਰ ਦੁਬਾਰਾ ਪਤਾ ਕਰਿਆ। ਫਿਰ ਇਹਨੂੰ ਚੇਤੇ ਕਰਾ ਦਿੰਦੇ ਉੱਥੇ ਵੀ ਤੂੰ ਭਾਈ ਆਹ ਕੁਛ ਕਰਨ ਗਿਆ ਸੀ। ਕਹਿੰਦਾ ਉਹ ਫਿਰ ਹੁਣ ਮੈਨੂੰ ਛੇਤੀ ਭੇਜੋ, ਮੈਂ ਦੁਬਾਰਾ ਫੇਰ ਆਵਾਂ। ਕਹਿੰਦੇ ਵੀ ਜਾਓ ਜੀ। ਫਿਰ ਇਹ 84 ਚ ਆ ਜਾਂਦਾ। ਸੋ ਤਾਂ ਹੀ ਸਾਨੂੰ ਦੁੱਖ ਭੂਖ ਸਦਮਾਰ ਲੱਗਦੇ ਆ। ਜੇ ਮੰਨਦਾ ਕਿ ਇਹ ਤਾਂ ਤੇਰੀ ਦਾਤ ਹੈ, ਤਾਂ ਸ਼ਾਇਦ ਇਹਨਾਂ ਹੁਕਮ ਬੁੱਝਣਾ ਸੌਖਾ ਹੋ ਜਾਂਦਾ। ਹੁਣ ਵੀ ਸਮਾਂ ਹੈ ਮੇਰੇ ਮਨਾਂ ਤੇਰੇ ਕੋਲ, ਉਸ ਦੀ ਦਾਤ ਮੰਨ ਕੇ ਦਤਾਰ ਦੇ ਹੁਕਮ ਵਿੱਚ ਚੱਲ, ਭਲਾ ਹੀ ਭਲਾ। ਤਾਂ ਪਾਤਸ਼ਾਹ ਨੇ ਲਿਖਿਆ, ਕਿਉਂਕਿ ਪਹਿਲਾਂ ਬਚਣਾ ਹੈ ਨਾ, ਕੇਤੇ ਮੂਰਖ ਖਾਹੀ ਖਾਏ, ਵੀ ਕਿੰਨੇ ਹੀ ਮੂਰਖ ਨੇ ਹੇ ਮੇਰੇ ਮਨਾ, ਉਹਨਾਂ ਵਿੱਚ ਤੂੰ ਵੀ ਸ਼ਾਮਲ ਹੈ ਕਿ ਤੂੰ ਸਿਰਫ ਇਹ ਸਰੀਰ ਲਈ ਸਾਰਾ ਕੁਝ ਕਰਨ ਦੀ ਜ਼ਰੂਰਤ ਨਾਲ ਆਪਣਾ ਜੀਵਨ ਬਤੀਤ ਕਰ ਰਿਹਾ। ਕੇਤਿਆਂ ਦੁੱਖ ਭੂਖ ਸਦਮਾਰ। ਫਿਰ ਕਹਿੰਦੇ ਕਿੰਨੇ ਹੀ ਨੇ, ਕਰੋੜਾਂ ਹੀ ਨੇ, ਅਰਬਾਂ ਖਰਬਾਂ ਹੀ ਨੇ ਜਿਨ੍ਹਾਂ ਨੂੰ ਦੁੱਖ ਤੇ ਭੂਖ ਸਦਮਾਰ ਪੈਂਦੀ ਹੈ। ਸਦਾ ਹੀ ਉਹ ਆਪਣਾ ਜੀਵਨ ਇਸ ਚੀਜ਼ 'ਚ ਬਤੀਤ ਕਰਦੇ, ਜਾਂ ਦੁੱਖਾਂ 'ਚ ਬਤੀਤ ਕਰਦੇ ਆ, ਜਾਂ ਭੁੱਖ 'ਚ ਬਤੀਤ ਕਰਦੇ।
ਪਰ ਗੁਰਮੁਖ ਵੀ ਇਸੇ ਸੰਸਾਰ 'ਚ ਰਹਿੰਦਾ, ਗੁਰਮੁਖ ਦੇ ਕੋਲ ਵੀ ਸਰੀਰ ਹੁੰਦਾ। ਉਹ ਕੀ ਕਰਦਾ, ਇਹ ਪੇ ਦਾਤ ਤੇਰੀ ਦਤ। ਉਹ ਹਰ ਇੱਕ ਗੱਲ ਨੂੰ ਦਾਤ ਮੰਨ ਲੈਂਦਾ। ਉਹ ਕਹਿੰਦਾ ਵੀ ਇਹ ਵੀ ਤੇਰਾ ਭਾਣਾ ਹੀ ਹੈ, ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ, ਚੰਗਾ ਹੀ ਕੀਤਾ ਜੋ ਤੂੰ ਕੀਤਾ, ਤੂੰ ਮਾੜਾ ਨਹੀਂ ਕਰ ਸਕਦਾ। ਔਰ ਹੁੰਦਾ ਵੀ ਭਲਾ ਹੀ ਹੈ। ਜੇ ਕੋਈ ਸਾਨੂੰ ਸਰੀਰ ਨੂੰ ਤਕਲੀਫ ਹੁੰਦੀ ਹੈ, ਬਾਹਰਲੇ ਨੂੰ ਜਿਹੜਾ ਸਾਨੂੰ ਦੀਦਾ, ਇਹ ਸਾਡੀ ਤਕਲੀਫ ਹੁੰਦੀ ਆ ਬਾਹਰਲੀ এনवायरमेंट ਕਰਕੇ, ਜੋ ਰਚਨਾ। ਜਦੋਂ ਅਸੀਂ ਇਹਨੂੰ ਛੇੜਛਾੜ ਕਰਦੇ ਹਾਂ ਤਾਂ ਤਕਲੀਫ ਹੁੰਦੀ ਹੈ। ਪਰ ਜਿਹੜੀ ਆਤਮਿਕ ਤੌਰ ਤੇ ਤਕਲੀਫ ਹੁੰਦੀ ਹੈ, ਉਹ ਅਸੀਂ ਖੁਦ ਪੈਦਾ ਕਰਦੇ ਹਾਂ। ਆਤਮਾ ਦੇ ਅੰਦਰ ਭੁੱਖ ਮਾਇਆ ਦੀ, ਉਹ ਅਸੀਂ ਖੁਦ ਪੈਦਾ ਕਰਦੇ ਹਾਂ। ਬਾਹਰ ਤਾਂ ਪਰਮੇਸ਼ਰ ਨੇ ਮਾਇਆ ਪੈਦਾ ਕੀਤੀ ਹੈ ਸਾਡੀ ਲੋੜ ਵਾਸਤੇ, ਕਿਉਂਕਿ ਸਾਡੇ ਕੋਲ ਸਰੀਰ ਹੋਣਾ ਸੀਗਾ। ਸਾਨੂੰ ਉਨਾ ਹੀ ਗਿਆਨ ਦਿੱਤਾ ਸੀ ਉਹਨੇ ਵੀ ਇੰਨੀ ਕੁ ਤੁਹਾਨੂੰ ਸਰੀਰ ਦੀ ਲੋੜ ਹੈ, ਇੰਨੀ ਕੁ ਤੁਹਾਨੂੰ ਸਰੀਰ ਦੀ ਖੁਰਾਕ ਦੀ ਲੋੜ ਹੈ, ਇੰਨਾ ਕੁ ਤੁਹਾਨੂੰ ਗਿਆਨ ਹੈ। ਬਾਕੀ ਗਿਆਨ ਤੁਸੀਂ ਨਾਮ ਵਾਲੇ ਪਾਸੇ ਲਾਓ। ਅਸੀਂ ਸਾਰੀਆਂ ਜੂਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਕਰਦੇ ਆਏ, ਬਸ ਮਨੁੱਖਾ ਤਨ ਦੇ ਅੰਦਰ ਆ ਕੇ ਸਾਨੂੰ ਹੰਕਾਰ ਹੋ ਗਿਆ। ਇੱਥੇ ਆ ਕੇ ਅਸੀਂ ਸਾਰਾ ਹੀ ਗਿਆਨ ਚੱਕ ਕੇ ਮਾਇਆ ਤੇ ਲਾਤਾ। ਇੱਕ ਰੱਤੀ ਜਿੰਨਾ ਗਿਆਨ ਹੈ ਅਸੀਂ ਨਾਮ ਵਾਲੇ ਪਾਸੇ ਲਾਉਂਦੇ, ਉਹ ਵੀ ਅਸੀਂ ਭਰਮ ਚਲਾਉਂਦੇ ਹਾਂ। ਜੇ ਉਹ ਰੱਤੀ ਭਰ ਜਿੰਨਾ ਗਿਆਨ ਵੀ ਅਸੀਂ ਸ਼ੁੱਧ ਤਰੀਕੇ ਨਾਲ ਗੁਰਬਾਣੀ ਵਿਚਾਰਨ ਤੇ ਗੁਰਬਾਣੀ ਸਮਝ ਕੇ ਆਪਣੇ ਤੇ ਲਾਗੂ ਕਰਨ ਲੱਗ ਜਾਈਏ ਤਾਂ ਉਹ ਰੱਤੀ ਭਰ ਵੀ ਵੱਧ ਸਕਦਾ। ਪਰ ਉਹ ਰੱਤੀ ਭਰ ਜਿਹੜਾ ਗੁਰਬਾਣੀ ਤੋਂ ਗਿਆਨ ਲੈਂਦੇ ਆ ਜਾਂ ਸਮਝ ਲੈਂਦੇ ਆ, ਉਹ ਵੀ ਮਾਇਆ ਵਾਸਤੇ ਲੈਣ ਲੱਗ ਗਏ। ਸਾਡੇ ਤਾਂ ਹੁਣ ਪ੍ਰਚਾਰ ਹੀ ਹੋਣ ਲੱਗ ਗਿਆ। ਸੁਣ ਕੇ ਹੈਰਾਨ ਹੋ ਜਾਈਦਾ ਕਿ ਆਹ ਸ਼ਬਦ ਪੜ੍ਹਨ ਦੇ ਨਾਲ ਮਾਇਆ ਹੀ ਨਹੀਂ ਮੁੱਕਦੀ। ਆਹ ਸ਼ਬਦ ਨੂੰ ਇੱਧਰ ਨੂੰ ਮੂੰਹ ਕਰਕੇ ਜਪੋ ਤੇ ਤੁਹਾਡੇ ਘਰੋਂ ਕਦੇ ਵੀ ਪੈਸਾ ਨਹੀਂ ਖਤਮ ਹੋਊਗਾ। ਆਹ ਸ਼ਬਦ ਪੜ੍ਹਨਾ ਸਰੀਰ ਨੂੰ ਕਦੇ ਵੀ ਰੋਗ ਲੱਗੇ ਨਹੀਂ ਸਕਦਾ। ਹੈਰਾਨੀ ਹੁੰਦੀ ਹੈ ਵੀ ਗੁਰਬਾਣੀ ਤਾਂ ਕੀ ਕਹਿੰਦੀ ਹੈ, ਇਹ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਇਸ ਤਰ੍ਹਾਂ। ਔਰ ਲੋਕ ਵਿਚਾਰੇ ਲੱਗੇ ਹੋਏ ਨੇ, ਕਿਉਂਕਿ ਲੋਕਾਂ ਨੂੰ ਅਸਲੀਅਤ ਨਹੀਂ ਪਤਾ ਲੱਗ ਰਹੀ। ਔਰ ਜੇ ਕੋਈ ਅਸਲੀਅਤ ਦੱਸਦਾ, ਅਗਲਾ ਕੋਈ ਸੁਣ ਕੇ ਵੀ ਰਾਜੀ ਨਹੀਂ, ਕਿਉਂਕਿ ਪਾਤਸ਼ਾਹੀਆਂ ਵੇਲੇ ਨਹੀਂ ਕਿਸੇ ਨੇ ਸੁਣੀਆਂ। ਹੈ ਮੇਰੇ ਮਨਾ ਹੁਣ ਤੱਕ ਕਿਹਨੇ ਸੁਣੀ? ਜਦੋਂ ਪਾਤਸ਼ਾਹ ਬੋਲਦੇ ਹੋਣਗੇ ਉਦੋਂ ਕਿਹੜਾ ਕਿਸੇ ਨੂੰ ਛੇਤੀ ਸਮਝ ਆਉਂਦੀ ਸੀ। ਅੱਜ ਵੀ ਤਾਂ ਆਹੀ ਗੁਰਬਾਣੀ ਉਹ ਬੋਲਦੇ ਸੀ। ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ। ਹੁਣ ਜਿੰਨਿਆਂ ਨੂੰ ਇਹ ਬੋਲ ਕੇ ਕਿਹਾ ਹੋਊਗਾ, ਕੀ ਉਹਨਾਂ ਨੇ ਸਾਰਿਆਂ ਨੇ ਦੁੱਖਾਂ ਨੂੰ ਦਾਤ ਥੋੜ੍ਹਾ ਮੰਨਿਆ ਹੋਊਗਾ। ਅੱਜ ਤਾਂ ਕਹਿੰਦੇ ਰੱਬ ਨੇ ਕਹਿਰ ਵਰਤਾਤਾ, ਅਸੀਂ ਰੱਬ ਦਾ ਕੀ ਬੁਰਾ ਕਰਤਾ, ਪਤਾ ਨਹੀਂ ਕਿਹੜੇ ਸਾਡੇ ਮਾੜੇ ਕਰਮ, ਸਾਨੂੰ ਆਹ ਦੁੱਖ ਮਿਲ ਗਿਆ। ਅਸੀਂ ਤਾਂ ਹੋਰ ਪਾਸੇ ਕਿਤੇ ਚਲੇ ਜਾਂਦੇ ਹਾਂ। ਸੋ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਤਾਰ। ਇਹਨੂੰ ਵੀ ਦਾਰ ਸਮਝ ਕੇ ਚੱਲ ਕਿ ਆ ਜਿਹੜਾ ਸਰੀਰ ਮਿਲਿਆ ਇਹ ਵੀ ਇਹ ਦੁੱਖ ਹੀ ਸੀਗਾ, ਕਿਉਂਕਿ ਤੂੰ ਸੱਚਖੰਡ ਦਾ ਵਿੱਚ ਭਾਣੇ ਦਾ ਵਿਰੋਧ ਕੀਤਾ ਤੇ ਹੁਣ ਤੂੰ ਭਾਣੇ ਅਨੁਸਾਰ ਚੱਲ। ਜਿਹੜੀ ਭੁੱਖ ਤੇਰੇ ਅੰਦਰ ਮਾਇਆ ਦੀ ਪੈਦਾ ਹੋਈ ਤਾਂ ਹੀ ਤੂੰ ਉੱਥੋਂ ਵਿਰੋਧ ਕਰ ਲਿਆ। ਹੁਣ ਮਾਇਆ ਦੀ ਭੁੱਖ ਛੱਡ ਕੇ ਨਾਮ ਦੀ ਭੁੱਖ ਪੈਦਾ ਕਰ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।